कांड 3। पिट्ठां नाल पिट्ठां जोड़ी खड़े घरां चों सिर्फ अम्मी ही ਉਹਦੇ ਨਾਲ ਬਾਹਰ ਨਿਕਲੀ। ਮੰਦਰ ਤੇ ਮਸੀਤ ਵਿਚਕਾਰ ਉਸ ਜਗ੍ਹਾ ਨੂੰ ਨਿਹਾਰਿਆ ਜਿੱਥੇ ਉਹਨੂੰ ਆਖਰੀ ਵਾਰ ਖੜ ਕੇ ਗਾਉਂਦੇ ਸੁਣਿਆ ਸੀ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵੇਚਾਰਾ। ਮਾਤਾ ਤ੍ਰਿਪਤਾ ਵੱਲੋਂ ਭੇਜੀ ਸਮਾਨ ਦੀ ਪੰਡੋਕਲੀ ਅੰਮੀ ਆਪ ਬੰਨੇ ਤੱਕ ਚੁੱਕਣ ਦੀ ਜਿੱਦ ਕਰਦੀ ਪਿੱਛੇ ਤੁਰ ਰਹੀ ਸੀ। ਇਹ ਦਿਲਗੀਰੀਆਂ, ਇਹ ਉਦਾਸੀਆਂ ਸਰੀਰ ਦੀ ਪਾਲਣਾ ਵੀ ਕਰਦੀਆਂ ਨੇ। ਅਜਿਹਾ ਅੰਮੀ ਨੂੰ ਵੇਖ ਸੁਣ ਜਾਪ ਰਿਹਾ ਸੀ। ਪੁੱਤ ਗੁੱਸਾ ਨਾ ਕਰੀਂ, ਦੁੱਖ ਨਾਲ ਆਪਣਾ ਰਿਸ਼ਤਾ ਦਿਸਣ ਲੱਗ ਪੈਂਦਾ ਏ। ਇਸ ਭੀੜੀ ਗਲੀ ਵਿੱਚ ਇਹ ਆਵਾਜ਼ ਕੰਧਾਂ ਨਾਲ ਵੱਜ ਕਈ ਵਾਰ ਸੁਣੀ, ਪਰ ਅੰਮੀ ਅੱਜ ਸਭ ਕੁਝ ਸਮਝਾ ਦੇਣਾ ਚਾਹੁੰਦੀ ਸੀ। ਮਰਾਸੀ ਦੇ ਪੁੱਤ ਦਾ ਫਕੀਰਾਂ ਨਾਲ ਤੁਰ ਕੇ ਨਹੀਂ ਸਰਦਾ, ਤੂੰ ਡੂਮ ਬਣ ਕੇ ਮੁੜ ਆਵੀਂ। ਅੰਮੀ ਉਹਨੂੰ ਹੰਗਾਰੇ ਦਾ ਮੌਕਾ ਵੀ ਨਹੀਂ ਸੀ ਦੇ ਰਹੀ। ਸਫਰਾਂ ਨੂੰ ਮਾਵਾਂ ਤਸੀਹੇ ਕਿਉਂ ਸਮਝਦੀਆਂ ਨੇ? ਉਹਨੇ ਸੋਚਿਆ ਅੰਮੀ ਉਹਨੂੰ ਅੱਜ ਉਦਾਸ ਨਹੀਂ ਕਰ ਸਕਦੀ। ਉਹਨੇ ਇੱਕ ਮਮੂਲੇ ਨੂੰ ਆਲ੍ਹਣੇ ਤੋਂ ਬਾਹਰ ਨਿਕਲ ਚੌਗਿਰਦੇ ਨੂੰ ਨਿਹਾਰਦੇ ਵੇਖਿਆ। ਸਾਹਮਣੇ ਰਾਏ ਬੁਲਾਰ ਦੀਆਂ ਹਰੀਆਂ ਕਚੂਰ ਫਸਲਾਂ ਦਿਸੀਆਂ। ਨੀਵੇਂ ਉੱਡਦੇ ਪੰਛੀਆਂ ਦੀ ਸੱਜਰੀ ਉਡਾਣ ਵੇਖੀ। ਖੇਤ ਵਿੱਚ ਡਰਨੇ ਦੇ ਵਧੇ ਹੋਏ ਹੱਥ ਉੱਤੇ ਮਖੀਰ ਲੱਗਿਆ ਦਿਸਿਆ। ਬੇਸ਼ੱਕ ਡੰਗ ਵਾਲੇ ਪਰਿੰਦੇ ਸਨ, ਪਰ ਅੰਮੀ ਨੇ ਆਪਣਾ ਬੋਲਣਾ ਬੰਦ ਨਾ ਕੀਤਾ। ਆਖਰ ਉਹ ਗੋਲ ਪਿੱਠ ਵਾਲੀ ਟਿੱਬੀ ਵੀ ਆ ਗਈ, ਜਿੱਥੋਂ ਤਲਵੰਡੀ ਦੇ ਬਸਿੰਦੇ ਅਕਸਰ ਵਾਪਸ ਮੁੜ ਜਾਂਦੇ ਸਨ। ਅੰਮੀ ਨੇ ਪੰਡ ਰੱਖਣ ਤੋਂ ਪਹਿਲਾਂ ਕਈ ਵਾਰ ਉਹਦੇ ਸਿਰ ਉੱਤੇ ਹੱਥ ਫੇਰਿਆ, ਫਿਰ ਆਪਣੇ ਹੱਥਾਂ ਨਾਲ ਪੰਡ ਉਹਦੇ ਸਿਰ ਉੱਤੇ ਰੱਖੀ। ਜਾਪਿਆ ਪੰਡ ਵਾਲੀਆਂ ਦੁਆਵਾਂ ਵੀ ਉਹਨੂੰ ਹੀ ਸੌਂਪ ਦਿੱਤੀਆਂ ਨੇ। ਫਿਰ ਭਿੱਜੀਆਂ ਅੱਖਾਂ ਨਾਲ ਮੁੜੀ ਤੇ ਮੁੜ ਕੇ ਨਹੀਂ ਵੇਖਿਆ। ਇਸ ਵਾਰੀ ਮਰਦਾਨਾ ਮਾਂ ਨੂੰ ਵਾਪਸ ਮੁੜਦਿਆਂ ਵੇਖਦਾ ਰਿਹਾ। ਪਿੰਡ ਵਿਚਲੀਆਂ ਕੁਝ ਦੁਆਵਾਂ ਅੰਮੀ ਨਾਲ ਚਲੀਆਂ ਗਈਆਂ ਸਨ, ਤਾਂ ਹੀ ਉਹਦੇ ਕਦਮ ਕਿਸੇ ਭਰੋਸੇ ਵਿੱਚ ਮੁੜੇ ਸਨ। ਅੰਮੀ ਦਿਸਣੋਂ ਹਟੀ ਤਾਂ ਤ੍ਰਿਪਤਾ ਦੇ ਬੋਲ ਯਾਦ ਆਏ, ਦੀਵਾ ਜਗਦੇ ਨੂੰ ਤੂੰ ਨਾਨਕ ਕੋਲ ਪਹੁੰਚ ਜਾਣਾ। ਨਾਲ ਹੀ ਦੌਲਤਾ ਮਾਸੀ ਨੇ ਵੀ ਕਿਹਾ ਸੀ, ਸ਼ਾਮੇ ਪੰਡਿਤ ਨਾਲ ਮੂਲ ਚੰਦ ਸਹੁਰਾ ਕੱਲ੍ਹ ਦੇ ਸੁਲਤਾਨਪੁਰ ਗਏ ਹੋਏ ਨੇ। ਉਹਨੂੰ ਪੱਕੀ ਸੂਹ ਏ ਕਿ ਜਵਾਈ ਤਿਆਗੀ ਹੋ ਗਿਆ। ਵੇਖੀ ਕਿਤੇ ਮਾੜਾ ਚੰਗਾ ਨਾ ਬੋਲੇ। ਸਫ਼ਰ ਦੇ ਚਾਅ ਵਿੱਚ ਇਹ ਜ਼ਰੂਰੀ ਗੱਲ ਤਾਂ ਉਹ ਭੁੱਲਿਆ ਹੀ ਫਿਰਦਾ ਸੀ। ਮੇਰਾ ਵੀਰ ਫਰਸ਼ਾਂ ਦਾ ਨਹੀਂ ਅਰਸ਼ਾਂ ਦਾ ਏ। ਬੀਬੀ ਨਾਨਕੀ ਵੀ ਉਹਦੇ ਖੇੜੇ ਨੂੰ ਪਛਾਣਦੀ ਅੱਖਾਂ ਭਰ ਆਉਂਦੀ ਸੀ। ਮੈਂ ਮਰਾਸੀ ਨੂੰ ਵੇਖੋ। ਮਰਦਾਨੇ ਨੇ ਹੱਸਣ ਦੀ ਕੋਸ਼ਿਸ਼ ਕੀਤੀ। ਪਿੱਛੋਂ ਤਲਵੰਡੀ ਦਿਸਣੋਂ ਹਟ ਗਿਆ ਸੀ। ਉਹਨੇ ਉਹ ਭੀੜਾ ਰਸਤਾ ਵੀ ਪਾਰ ਕੀਤਾ ਜਿੱਥੋਂ ਨਾਨਕ ਤੇ ਜੈ ਰਾਮ ਮੁੜ ਕੇ ਨਹੀਂ ਸੀ ਦਿਸੇ। ਹੁਣ ਉਹ ਉਚਾਣਾ ਵੀ ਮੁੱਕਣ ਵਾਲੀਆਂ ਸਨ ਜਿੱਥੋਂ ਸੰਤਰੇਨ ਝੂਮਦਾ ਲੰਘਿਆ ਸੀ। ਉਹਨੇ ਇੱਕ ਵਾਰ ਫਿਰ ਪਿੱਛੇ ਰਹਿ ਗਈਆਂ ਟਿੱਬੀਆਂ ਵੱਲ ਨਜ਼ਰ ਘੁਮਾਈ। ਇਹੋ ਉਹ ਸਿਖਰਾਂ ਦੇ ਸਿਖਰ ਸਨ ਜਿਨ੍ਹਾਂ ਸੰਤਰੇਨ ਦੀ ਹਾਮੀ ਭਰੀ ਸੀ। ਉਚਾਣ ਨਿਵਾਣ ਪਿੱਛੇ ਰਹਿ ਗਏ ਸਨ। ਉਹਨੇ ਕਈ ਪਿੰਡ ਕਸਬੇ ਕੋਲੋਂ ਗੁਜ਼ਰਦੇ ਵੇਖੇ। ਕਮੀਣਾਂ ਦੇ ਖੂਹਾਂ ਦੀਆਂ ਚੀਕਦੀਆਂ ਭੌਣੀਆਂ ਸੁਣੀਆਂ, ਜਿਨ੍ਹਾਂ ਦੇ ਆਸ-ਪਾਸ ਸਿਰਫ ਅੰਨ ਦੀਆਂ ਗੱਲਾਂ ਹੋ ਰਹੀਆਂ ਸਨ। ਪਰ ਉਹ ਰੁਕਿਆ ਨਹੀਂ। ਕਈ ਵਾਰ ਖੁਮਾਰੀ ਚੜ੍ਹੀ, ਕਈ ਵਾਰ ਉਤਰੀ। ਸਾਈਂ ਦੀ ਯਾਦ ਤੋਂ ਬਿਨਾਂ ਉਹਦੀ ਮਾਸੂਮ ਕਲਪਨਾ ਵਿੱਚ 3 ਚਿਹਰੇ ਹੋਰ ਵੀ ਆਉਂਦੇ ਸਨ। ਪਹਿਲਾ ਚਿਹਰਾ ਬੀਬੀ ਨਾਨਕੀ ਦਾ ਸੀ, ਜਿਸ ਦਿਨ ਵੀਰ ਘੋੜੀ ਚੜ੍ਹਿਆ ਸੀ। ਅਜਿਹੇ ਗਾਏ ਸਗਨਾਂ ਦੇ ਰਸੀਲੇ ਗੀਤ ਉਹਨੇ ਮੁੜ ਕੇ ਨਹੀਂ ਸਨ ਸੁਣੇ। ਵੀਰ ਦੀ ਹਾਜ਼ਰੀ ਵਿੱਚ ਗਾਈਆਂ ਇਹ ਧੁਨਾਂ ਸਦਾ ਲਈ ਨਾਨਕੀ ਦੀ ਆਵਾਜ਼ ਨਾਲ ਸਗਨਾਂ ਨੂੰ ਜੋੜ ਗਈਆਂ ਸਨ। ਦੂਜਾ ਚਿਹਰਾ ਰਾਏ ਬੁਲਾਰ ਦਾ ਸੀ। ਰਾਏ ਬੁਲਾਰ ਦੀ ਵੇਲ ਸਾਈਂ ਦੇ ਵਰ ਨਾਲ ਵਧੀ ਸੀ। ਉਸ ਦਿਨ ਨਾਨਕੀ ਨੇ ਫਿਰ ਸੱਜਰੇ ਬੰਸ ਨੂੰ ਗਾ ਕੇ ਸੁਣਾਇਆ ਸੀ। ਰਾਏ ਬੁਲਾਰ ਮੇਰੀ ਧੀ ਕਹਿੰਦਾ ਨਹੀਂ ਸੀ ਥੱਕ ਰਿਹਾ। ਇਸੇ ਹਵੇਲੀ ਵਿੱਚ ਬੀਬੀ ਦਾ ਰਿਸ਼ਤਾ ਜੈ ਰਾਮ ਨਾਲ ਤੈਅ ਹੋਇਆ ਸੀ।
ਉਸ ਦਿਨ ਦੌਲਤਾ ਮਾਸੀ ਅੰਮੀ ਨਾਲ ਗੁੱਸੇ ਵੀ ਹੋਈ ਸੀ। ਪਹਿਲਾਂ ਪੱਲਾ ਭਰਨ ਦਾ ਹੱਕ ਮੈਨੂੰ ਏ, ਇਸ ਘਰ ਵਿੱਚ ਪਹਿਲਾ ਹੱਕ ਮੇਰਾ ਹੈ। ਅੰਮੀ ਦਾ ਪੱਲਾ ਥੋੜ੍ਹੀ ਦੇਰ ਉਡੀਕਦਾ ਰਿਹਾ ਸੀ, ਫਿਰ ਤ੍ਰਿਪਤਾ ਨੇ ਉਹਦਾ ਵੀ ਭਰ ਦਿੱਤਾ। ਇਹੋ ਤਿੰਨੋਂ ਹਮੇਸ਼ਾ ਇਕੱਠੀਆਂ ਯਾਦ ਆਉਂਦੀਆਂ ਨੇ। ਹਾਲਾਂਕਿ ਤਿੰਨੋਂ ਬਹੁਤ ਘੱਟ ਇਕੱਠੀਆਂ ਵੇਖੀਆਂ ਸਨ। ਅਜਿਹਾ ਵਧਾ ਚੜ੍ਹਾ ਕੇ ਸੋਚਣ ਦਾ ਅੱਜ ਉਹਦੇ ਕੋਲ ਸਮਾਂ ਵੀ ਨਹੀਂ ਸੀ। ਸਾਹਮਣੇ ਇੱਕ ਹੋਰ ਪਿੰਡ ਦਿਸਣ ਲੱਗਾ। ਕਦੇ ਕਦੇ ਇੱਕ ਚਿਹਰਾ ਜੋ ਸਾਈਂ ਦੇ ਘਰ ਬਹੁਤ ਘੱਟ ਬੋਲਦਾ ਸੁਣਿਆ, ਅਕਸਰ ਆਪਣੇ ਵਾਲਾਂ ਨੂੰ ਇਕੱਠੇ ਕਰਦਾ ਦਿਸਦਾ। ਅੱਜ ਜਦੋਂ ਉਹ ਪੰਡ ਚੁੱਕਣ ਗਿਆ ਸੀ ਤਾਂ ਸੁਲੱਖਣੀ ਚੁੱਪ-ਚਾਪ ਖੜੀ ਵੇਖਦੀ ਰਹੀ ਸੀ। ਉਹਦੀ ਪਿੱਠ ਪਿੱਛੇ ਕੰਧ ਉੱਤੇ ਸਿਆਹੀ ਦੇ ਕੁਝ ਪੁਰਾਣੇ ਛਿੱਟੇ ਸਨ। ਫਿਰ ਉਹਦੀ ਮੱਧਮ ਜਿਹੀ ਆਵਾਜ਼ ਸੁਣੀ ਸੀ, ਜਦੋਂ ਤੱਕ ਨਨਾਣ ਹੈ ਮੈਂ ਖੇੜੇ ਵਸਾਂਗੀ। ਉਹਦੀ ਇੱਕ ਹਥੇਲੀ ਪਿੱਛੇ ਛਿੱਟਿਆਂ ਉੱਤੇ ਜਾ ਟਿਕੀ ਤੇ ਦੂਜੀ ਨਾਲ ਉਹਨੇ ਛਾਤੀ ਨੂੰ ਘੁੱਟ ਲਿਆ। ਛੇਤੀ ਹੀ ਸੁਲਤਾਨਪੁਰ ਆਉਣ ਵਾਲਾ ਸੀ। ਗੱਡੇ ਪਾਲਕੀਆਂ ਦਿਸਣ ਲੱਗ ਪਈਆਂ ਸਨ। ਦੋ ਜੁੜਵੀਆਂ ਹਵੇਲੀਆਂ ਸਾਹਮਣੇ ਘੋੜੇ ਖੜੇ ਦਿਸ ਰਹੇ ਸਨ। ਹਰ ਜਗ੍ਹਾ ਵਾਂਗ ਸੁੰਨੀ ਜਗ੍ਹਾ ਪੈਂਖੜਿਆਂ ਨਾਲ ਗਧੇ ਤੇ ਖੱਚਰਾਂ ਚੁਗ ਰਹੀਆਂ ਸਨ। ਕੁਝ ਹੀ ਦਿਨ ਪਹਿਲਾਂ ਇੱਥੇ ਮੀਂਹ ਪਿਆ ਹੋਵੇਗਾ, ਤਾਂ ਹੀ ਹਵਾ ਦੇ ਵਿਵਹਾਰ ਵਿੱਚ ਸਿੱਲ ਸੀ। ਕੁਝ ਵਰਸੀਆਂ ਬਦਲੀਆਂ ਸੂਰਜ ਦੇ ਮੇਚ ਨਹੀਂ ਸੀ ਆ ਰਹੀਆਂ। ਪਲਾਂ ਵਿੱਚ ਹੀ ਸੂਰਜ ਚਮਕਣ ਲੱਗਦਾ। ਕਿਲ੍ਹੇ ਦੇ ਵੱਡੇ ਦਰਵਾਜ਼ੇ ਦੇ ਦੋਵੇਂ ਪਾਸੇ ਤਾਂਬੇ ਦੇ ਸਿਰਾਂ ਵਾਲੇ ਸ਼ੇਰ ਖੜੇ ਸਨ। ਛੇਤੀ ਹੀ ਦੀਵਾ ਬੱਤੀ ਦਾ ਸਮਾਂ ਹੋਣ ਵਾਲਾ ਸੀ। ਸੱਜੇ ਪਾਸੇ ਜਾਣ ਵਾਲੇ ਰਸਤੇ ਉੱਤੇ ਸਿਪਾਹੀ ਰਾਤ ਲਈ ਮਸ਼ਾਲਾਂ ਤਿਆਰ ਕਰ ਰਹੇ ਸਨ। ਮਰਦਾਨੇ ਨੇ ਸਹਿਜ ਸੁਭਾਅ ਆਵਾਜ਼ ਮਾਰੀ, ਗਰਾਈ ਮੋਦੀਖਾਨਾ ਕਿੱਧਰ ਏ? ਇੱਕ ਸਿਪਾਹੀ ਨੇ ਉਹਦੇ ਵੱਲ ਗੌਰ ਨਾਲ ਵੇਖਿਆ। ਤੇਰੇ ਸਿਰ ਉੱਤੇ ਤਾਂ ਪਹਿਲਾਂ ਹੀ ਪਾਂਡੇ, ਤੂੰ ਮੋਦੀਖਾਨੇ ਕੀ ਕਰਨਾ? ਇਹ ਤਾਂ ਮੇਰੇ ਸਾਈਂ ਦੀ ਅਮਾਨਤ ਏ। ਨਾਲੇ ਗਰਾਈ ਕਹਿੰਦਾ, ਨਾਲੇ ਰਸਤਾ ਪੁੱਛਦਾ। ਇੱਕ ਸ਼ੱਕੀ ਨਜ਼ਰ ਨੇ ਉਹਦੇ ਵੱਲ ਘੂਰਿਆ, ਪਰ ਉਸ ਤੋਂ ਪਹਿਲਾਂ ਉਹੀ ਸਿਪਾਹੀ ਉਸ ਦੇ ਸਾਹਮਣੇ ਆਇਆ। ਸਾਈਂ ਤਾਂ ਚਿਲਾ ਕੱਟਦੇ ਹੁੰਦੇ ਨੇ, ਮੋਦੀਖਾਨੇ ਨਹੀਂ ਹੁੰਦੇ। ਪਰ ਮੇਰਾ ਸਾਈਂ ਮੋਦੀਖਾਨੇ ਦਾ ਚਿਲਾ ਕਟਾਉਂਦਾ। ਮੈਨੂੰ ਲੱਗਦਾ ਤੂੰ ਜੈਰਾਮ ਦੇ ਸਹੁਰਿਆਂ ਤੋਂ ਆਇਆ। ਉੱਥੋਂ ਦੇ ਲੋਕੀ ਹੀ ਬੜੀਆਂ ਔਖੀਆਂ ਗੱਲਾਂ ਕਰਦੇ ਨੇ। ਉਹਨੇ ਹੱਥ ਦੇ ਇਸ਼ਾਰੇ ਨਾਲ ਇੱਕ ਮੱਠ ਵਰਗੀ ਗੜੀ ਵੱਲ ਇਸ਼ਾਰਾ ਕੀਤਾ, ਜਿਸ ਦੇ ਸਾਹਮਣੇ ਕਾਫੀ ਸਾਰੇ ਲੋਕ ਖੜੇ ਦਿਸ ਰਹੇ ਸਨ। ਦਿਨ ਛਿਪ ਰਿਹਾ ਸੀ। ਧੁੱਪ ਨਾਲ ਤਪੇ ਤਾਂਬੇ ਦੇ ਸਿਰ ਛੇਤੀ ਹੀ ਠੰਡੇ ਹੋਣ ਵਾਲੇ ਸਨ। ਚੁਰਾਹੇ ਦੀ ਨੁੱਕਰ ਤੇ ਅੱਜ ਰਵਾਬ ਵੱਜੀ। ਲੋਕ ਕਹਿ ਰਹੇ ਸਨ, ਵੱਡੇ ਗਮਾਂਤਰੀ ਦਾ ਤਲਵੰਡੀਓਂ ਚੇਲਾ ਆਇਆ। ਅੱਜ ਸੁਰਾਂ ਨੇ ਬੜੇ ਦਿਨਾਂ ਪਿੱਛੋਂ ਉਂਗਲਾਂ ਦੀ ਸੁਰਤ ਨੂੰ ਟੋਹਿਆ। ਪੂਰਾ ਪਿੰਡਾ ਨਵੇਂ ਸਿਰਿਓਂ ਵੱਜਣ ਦੀ ਤਿਆਰੀ ਵਿੱਚ ਜਾਪਿਆ। ਪਰ ਇਸ ਤੋਂ ਪਹਿਲਾਂ ਅੱਜ ਮਰਦਾਨੇ ਨੇ ਜੋ ਕਿਰਤ ਦਾ ਕੀਰਤਨ ਮੋਦੀਖਾਨੇ ਵਿੱਚ ਸੁਣਿਆ, ਹਾਲੇ ਉਸ ਦਾ ਸਰੂਰ ਹੀ ਨਹੀਂ ਸੀ ਉਤਰਿਆ। ਅੱਜ ਅੰਨ ਤੇ ਬੀਜਾਂ ਨੇ ਬਾਬੇ ਦੀ ਸੰਗਤ ਵਿੱਚ ਗਾਇਆ ਸੀ। ਉਹਦੇ ਵਰਗੇ ਮਰਾਸੀ ਨੇ ਕੀ ਗਾਉਣਾ ਸੀ? ਅੱਜ ਉਹਨੇ ਤੱਕੜੀ ਦੇ ਪੱਲੜੇ ਦਾਣਿਆਂ ਨੂੰ ਸਿਜਦਾ ਕਰਦੇ ਵੇਖੇ ਸਨ। ਅੱਜ ਝੁਕਦੇ ਪੱਲੜਿਆਂ ਵਿੱਚ ਸਿਜਦੇ ਵਰਗੀ ਹਲੀਮੀ ਸੀ। ਬਾਬੇ ਦੀ ਮੁੱਠੀ ਵਿੱਚ ਦਾਣਿਆਂ ਦੀ ਕਿਸੇ ਲੇਖੇ ਲੱਗਣ ਦੀ ਤਾਂਘ ਸੀ। ਕਿਸੇ ਦੇ ਹੱਥਾਂ ਵਿੱਚ ਦਾਣਿਆਂ ਨੇ ਪਹਿਲੀ ਵਾਰ ਆਪਣੀ ਸੁਤੰਤਰਤਾ ਚੁਣੀ ਸੀ। ਬੀਜ ਬਣਨਾ ਹੈ ਜਾਂ ਅੰਨ ਬਣਨਾ ਹੈ। ਅੱਜ ਅਨਾਜ ਤੱਕੜੀ ਦੇ ਪੱਲੜਿਆਂ ਵਿੱਚ ਮਾਂ ਦੀ ਗੋਦ ਵਾਂਗ ਬੈਠਾ ਸੀ। ਮੋਦੀਖਾਨੇ ਵਿੱਚ ਆਪੋ ਆਪਣੇ ਆਸਣਾਂ ਵਿੱਚ ਬੈਠੇ ਅਨਾਜਾਂ ਵਿੱਚ ਇੱਕ ਚੌਂਕੜੀ ਬਾਬੇ ਦੀ ਵੀ ਸੀ। ਜਦੋਂ ਬਾਬੇ ਨੇ ਮਰਦਾਨੇ ਵੱਲ ਵੇਖਿਆ ਤਾਂ ਉਹਦੇ ਦੋਵੇਂ ਹੱਥਾਂ ਵਿੱਚ ਅਨਾਜ ਸੀ। ਮੋਦੀਖਾਨੇ ਦੀਆਂ ਚੱਲਦੀਆਂ ਧੁਨਾਂ ਵਿੱਚ ਹੀ ਇੱਕ ਧੁਨ ਹੋਰ ਸੁਣੀ ਸੀ, ਆ ਗਿਆ ਮਰਦਾਨਿਆਂ। ਕਿਰਤਾਂ ਦੇ ਸਾਰੇ ਕੀਰਤਨ ਕਰ। ਬਾਬਾ ਹੁਣ ਮੌਨ ਦੇ ਕੀਰਤਨ ਵਿੱਚ ਚਲਿਆ ਗਿਆ ਸੀ। ਉਹਦੇ ਇੱਕ ਪਾਸੇ ਪੰਡੋਕਲੀ ਕੋਲ ਰਬਾਬ ਪਈ ਸੀ, ਦੂਜੇ ਪਾਸੇ ਮਰਦਾਨਾ ਤੇ ਮੈਲ ਸਿੰਘੇ ਦਾ ਭਗੀਰਥ ਬੈਠੇ ਸਨ। ਭਗੀਰਥ ਬੈਠਾ ਵੇਖ ਕੇ ਯਾਦ ਆਇਆ, ਉਹ ਸ਼ਾਮੇ ਪੰਡਤ ਤੇ ਮੂਲ ਚੰਦ ਵਾਲੀ ਗੱਲ ਪੁੱਛਣੀ ਹੀ ਭੁੱਲ ਗਿਆ ਸੀ। ਕਿਤੇ ਮੂਲ ਚੰਦ ਨੇ ਬਾਬੇ ਨੂੰ ਉੱਚਾ ਨੀਵਾਂ ਤਾਂ ਨਹੀਂ ਬੋਲਿਆ? ਹੁਣ ਇਹ ਗੱਲ ਬੀਤੇ ਦੀ ਪਤਝੜ ਵਾਂਗ ਜਾਪ ਰਹੀ ਸੀ। ਉਹ ਤਾਂ ਹੁਣ ਸੁਲਤਾਨਪੁਰ ਦੀਆਂ ਸੁਲਤਾਨੀਆਂ ਵਿੱਚ ਘੁੰਮ ਰਿਹਾ ਸੀ।
ਪਤਝੜ ਦੇ ਪੱਤਿਆਂ ਨੇ ਕਦੋਂ ਦਾ ਆਪਣੇ ਆਪ ਨੂੰ ਹਵਾ ਦੇ ਹਵਾਲੇ ਕਰ ਆਪਣੀ ਜਗ੍ਹਾ ਬਦਲ ਲਈ ਸੀ। ਅੱਜ ਕੱਲ੍ਹ ਮੋਦੀਖਾਨੇ ਅੱਗਿਓਂ ਵਾਰ-ਵਾਰ ਲੰਘਣ ਨੂੰ ਜੀ ਕਰਦਾ। ਪਹਿਲਾਂ ਅਜਿਹੀ ਜਗ੍ਹਾ ਪੱਕੀ ਥਾਂ ਵਰਗੀ ਜਾਪਦੀ ਸੀ। ਦਿਨ ਵਿੱਚ ਕਈ ਵਾਰ ਲੰਘਣਾ ਉਹਨੂੰ ਕਿਸੇ ਰਿਆਜ਼ ਵਾਂਗ ਜਾਪਦਾ, ਜਿਵੇਂ ਕਿਸੇ ਬੰਦਿਸ਼ ਦੀ ਗਹਿਰਾਈ ਵਿੱਚ ਉਹ ਸੁਰ ਪਿਆ ਹੈ ਜਿਹੜਾ ਹਮੇਸ਼ਾ ਆਜ਼ਾਦ ਰਹਿੰਦਾ ਹੈ। ਹੁਣ ਤਾਂ ਇਸ ਰਾਹ ਦੇ ਘਰਾਂ ਵਾਲੇ ਵੀ ਉਹਨੂੰ ਪਛਾਣਦੇ ਸਨ। ਕੋਈ ਉਹਨੂੰ ਵੱਡੇ ਸਾਈਂ ਦਾ ਸੇਵਕ ਕਹਿੰਦਾ, ਕੋਈ ਤਲਵੰਡੀ ਦਾ ਮਰਾਸੀ ਕਹਿੰਦਾ। ਇਸ ਰਾਹ ਦੇ ਸੁਣੇ ਸ਼ਬਦ ਕਦੇ ਸੁਰ ਤੋਂ ਬਾਹਰ ਜਾਂਦੇ ਨਹੀਂ ਜਾਪਦੇ। ਸਾਹਮਣੇ ਵੱਡੀਆਂ ਵੱਡੀਆਂ ਹਵੇਲੀਆਂ ਦੇ ਉੱਚੇ ਉੱਚੇ ਬੁਰਜ ਦਿਸਦੇ ਸਨ। ਸਜੇ ਹੋਏ ਰਥਾਂ ਅੱਗੇ ਫਿਰਦੇ ਅਹਿਲਕਾਰ ਸਨ। ਪਰ ਮੋਦੀਖਾਨਾ ਤਾਂ ਅੱਜ ਕੱਲ੍ਹ ਬਾਬੇ ਦੇ ਸੁਭਾਅ ਵਿੱਚ ਸੀ। ਜਿਸ ਤਰ੍ਹਾਂ ਸਿਰਾਂ 'ਤੇ ਪੰਡਾਂ ਚੁੱਕੀ ਪ੍ਰਸੰਨ ਚਿਹਰੇ ਅੰਦਰੋਂ ਨਿਕਲਦੇ ਸਨ, ਅੰਦਰ ਇੱਕ ਸਮੂਹਕ ਖੇਡ ਚੱਲਦੀ ਜਾਪਦੀ। ਸਿਰਾਂ ਉੱਤੇ ਸਵਾਰ ਅੰਨ ਤਾਂ ਉਹਨੇ ਹਮੇਸ਼ਾ ਹੀ ਵੇਖਿਆ ਸੀ, ਪਰ ਉਹ ਕੁਝ ਪਲਾਂ ਦਾ ਸਿਰ ਉੱਤੇ ਟਿਕਿਆ ਅਹਿਸਾਸ ਬਹੁਤ ਉਦਾਸ ਹੁੰਦਾ ਸੀ। ਪਰ ਇੱਥੇ ਅੰਨ ਤੇ ਤਨ ਆਪੋ ਆਪਣੀਆਂ ਧੁਨਾਂ ਦੀ ਪਛਾਣ ਵਿੱਚ ਮਗਨ ਸਨ। ਜਿਸ ਤਰ੍ਹਾਂ ਦਾਣਾ ਮਿੱਟੀ ਦੇ ਗਲੇ 'ਚੋਂ ਕੋਮਲ ਹੋ ਕੇ ਬਾਹਰ ਆਉਂਦਾ ਹੈ, ਫਿਰ ਆਪਣੀ ਝਲਕ ਨੀਲੇ ਅਸਮਾਨ ਨੂੰ ਵਿਖਾਉਂਦਾ ਹੈ। ਮਿੱਟੀ ਦੀ ਇਜਾਜ਼ਤ ਜੜ੍ਹਾਂ ਨੂੰ ਸਾਂਭਦੀ ਹੈ। ਇਹ ਸਭ ਸੰਗੀਤ ਹੀ ਤਾਂ ਹੈ। ਇਹ ਸਭ ਕੁਝ ਵੇਖਦੇ ਹੀ ਮਰਦਾਨੇ ਨੂੰ ਜਾਪਦਾ ਕਿ ਜਦੋਂ ਧੁਨਾਂ ਨਹੀਂ ਸੁਣਦੀਆਂ, ਉਦੋਂ ਉਹ ਕਿਸੇ ਕੋਮਲ ਪੁੰਗਰ ਦੇ ਦਾਣੇ ਨੂੰ ਨਿਹਾਰਦੀਆਂ ਹੋਣਗੀਆਂ। ਇਹ ਧੁਨਾਂ ਦੀ ਸਭ ਤੋਂ ਪਵਿੱਤਰ ਆਰਾਮਗਾਹ ਹੋਵੇਗੀ। ਮੋਦੀਖਾਨੇ ਵਿੱਚ ਅੱਜ ਕੱਲ੍ਹ ਅਜਿਹੇ ਹੀ ਸਮੂਹਾਂ ਦਾ ਰਿਆਜ਼ ਬਾਬੇ ਦੀ ਦੇਖ ਰੇਖ ਵਿੱਚ ਚੱਲ ਰਿਹਾ ਸੀ। ਸਮਾਂ ਛਿਣ ਤੋਂ ਵੱਡਾ ਹੋਇਆ ਹੀ ਨਹੀਂ ਸੀ, ਪਰ ਵਾਪਰਿਆ ਇੰਨਾ ਕੁਝ ਸੀ ਕਿ ਯਾਦ ਕਰਨ ਲਈ ਪੂਰਾ ਦਿਨ ਚਾਹੀਦਾ ਸੀ। ਅੱਜ ਅਜ਼ਾਨ ਤੋਂ ਪਹਿਲਾਂ ਭਗੀਰਥ ਨੇ ਦੱਸਿਆ, ਬਾਬਾ ਵੇਈਂ ਨਦੀ ਵਿੱਚ ਉਤਰਿਆ ਮੁੜ ਕੇ ਨਹੀਂ ਦਿਸਿਆ। ਬੀਬੀ ਨਾਨਕੀ ਦੇ ਭਰੋਸੇ ਵਾਲੇ ਅਥਰੂਆਂ ਵੱਲ ਵੇਖਿਆ ਨਹੀਂ ਸੀ ਜਾਂਦਾ। ਸੁਲੱਖਣੀ ਉਹਦਾ ਮੋਢਾ ਨਹੀਂ ਸੀ ਛੱਡ ਰਹੀ। ਸ੍ਰੀ ਚੰਦ ਤੇ ਲਖਮੀ ਦਾਸ ਚੁੱਪ-ਚਾਪ ਵੇਖ ਰਹੇ ਸਨ। ਜੈ ਰਾਮ ਨੇ ਤਲਵੰਡੀ ਵੱਲ ਸੁਨੇਹਾ ਭੇਜ ਦਿੱਤਾ ਸੀ। ਭਗੀਰਥ ਵਿਹੜੇ ਦੇ ਪੱਛਮ ਵੱਲ ਮੂੰਹ ਦੀ ਮਣ ਤੇ ਢਾਸਣਾ ਲਾ ਕੇ ਬੈਠ ਗਿਆ ਸੀ। ਹਿੱਲ ਗਏ ਸਿਦਕਾਂ ਨੂੰ ਘੁੰਮਣ ਘੇਰੀਆਂ ਆਉਣ ਲੱਗੀਆਂ। ਵਿਹੜਾ ਹੌਲੀ ਹੌਲੀ ਆਮ ਲੋਕਾਂ ਨਾਲ ਭਰਨਾ ਸ਼ੁਰੂ ਹੋ ਗਿਆ ਸੀ। ਮਰਦਾਨਾ ਨਾਨਕੀ ਦੇ ਘਰੋਂ ਬਾਹਰ ਨਿਕਲਿਆ ਤਾਂ ਮੰਦਰ 'ਚੋਂ ਧੀਮੀ ਆਰਤੀ ਦੀ ਆਵਾਜ਼ ਆ ਰਹੀ ਸੀ। ਸੰਤਾਂ ਵਾਂਗ ਬੈਠੀਆਂ ਮੂਰਤੀਆਂ ਬੁੱਤਾਂ ਵਾਂਗ ਖੜ੍ਹੇ ਲੋਕਾਂ ਨੂੰ ਵੇਖ ਰਹੀਆਂ ਸਨ। ਉਹਨੇ ਮੋਦੀਖਾਨੇ ਦੇ ਸਾਹਮਣੇ ਜਾ ਕੇ ਇੱਕ ਤਾਣ ਛੇੜੀ। ਫਿਰ ਲੋਕਾਂ ਦੇ ਸਬਰ ਵਿੱਚੋਂ ਖਿੰਡੇ ਦਾਣਿਆਂ ਨੂੰ ਚੁਗਦੇ ਪੰਛੀਆਂ ਨੂੰ ਵੇਖਣ ਲਈ ਰੁਕ ਗਿਆ। ਮੋਦੀਖਾਨਾ ਤਾਂ ਅੱਜ ਵੀ ਆਪਣੀ ਗੁਲਜ਼ਾਰ ਵਿੱਚ ਸੀ। ਚੁਗਦੇ ਪੰਛੀ ਵੀ ਸਜਿੰਦਿਆਂ ਵਾਂਗ ਝੂਮ ਰਹੇ ਸਨ। ਕੁਝ ਕਦਮਾਂ ਦੀ ਬਰਕਤ ਲੈ ਵੇਈਂ ਨਦੀ ਵੱਲ ਚੱਲ ਪਿਆ। ਅੱਜ ਦਿਨ ਦੀਆਂ ਸਾਰੀਆਂ ਨਮਾਜ਼ਾਂ ਉਸ ਜਗ੍ਹਾ ਅਦਾ ਕੀਤੀਆਂ ਜਿੱਥੋਂ ਬਾਬਾ ਨਦੀ ਵਿੱਚ ਉਤਰਿਆ ਸੀ। ਨਮਾਜ਼ਾਂ ਨਾਲ ਉਸ ਜਗ੍ਹਾ ਕਲ-ਕਲ ਵਗਦਾ ਪਾਣੀ ਵੀ ਦਿਸਦਾ ਰਿਹਾ। ਇਹ ਪਾਣੀ ਨਹੀਂ, ਕੋਈ ਤਰਲ ਆਸਨ ਸੀ ਜੋ ਸਮਤਲ ਹੋਣ ਦੀ ਤਾਜ਼ਗੀ ਵਿੱਚ ਵਹਿ ਰਿਹਾ ਸੀ। ਉਹਨੇ ਤੁਰ-ਤੁਰ ਕੇ ਅਜਿਹੇ ਵਹਿੰਦੇ ਪਾਣੀ ਨਾਲ ਰਵਾਬ ਵਜਾਈ। ਦੂਜੇ ਪਾਸੇ ਵੀ ਧੁਨਾਂ ਸਨ। ਵਗਦੇ ਪਾਣੀ ਨੇ ਉਹਨੂੰ ਉਦਾਸ ਨਹੀਂ ਹੋਣ ਦਿੱਤਾ। ਸਾਜ਼ ਤੇ ਲਹਿਰਾਂ ਦਾ ਇੱਕ ਸੰਗਮ ਬਣ ਗਿਆ ਸੀ। ਅਸੀਂ ਵੈਰਾਗ ਨੂੰ ਉਦਾਸ ਨਹੀਂ ਹੋਣ ਦੇਣਾ। ਰਾਤ ਹਾਲੇ ਸੱਜਰੀ ਸੀ। ਹੁਣੇ ਹਨੇਰਾ ਉਤਰਿਆ ਸੀ। ਤਾਰੇ ਲਿਸ਼ਕਦੇ ਦਿਸਦੇ। ਚੰਨ ਨੇ ਹਾਲੇ ਚੜ੍ਹਨਾ ਸੀ। ਇਹਨਾਂ ਤਾਰਿਆਂ ਦੀਆਂ ਪਿਛਲੀਆਂ ਕਤਾਰਾਂ ਨੇ ਤਲਵੰਡੀ ਦੇ ਸਿਰ ਉੱਪਰੋਂ ਵੀ ਲੰਘਣਾ ਸੀ। ਸਾਹਮਣੇ ਦੌਲਤ ਖਾਂ ਦੀ ਹਵੇਲੀ ਦੀ ਸਿੱਧੀ ਕੰਧ 'ਤੇ ਲਿਖੀਆਂ ਆਇਤਾਂ ਸਾਹਮਣੇ ਮਸਾਲਚੀ ਖੜ੍ਹਾ ਸੀ। ਫਿਰ ਮਰਦਾਨੇ ਨੂੰ ਰਾਏ ਬੁਲਾਰ ਦੇ ਦੋਵੇਂ ਪਾਸਿਓਂ ਝੁਕੇ ਹੋਏ ਡਾਟ 'ਤੇ ਲਿਖੀਆਂ ਆਇਤਾਂ ਯਾਦ ਆਈਆਂ। ਕੰਧਾਂ ਸਿਜਦੇ ਵਿੱਚ ਡਾਟ ਬਣ ਜਾਂਦੀਆਂ ਨੇ। ਸਾਹਮਣੇ ਮਸ਼ਾਲਚੀ ਦੇ ਹੱਥ ਵਾਲੇ ਹਥਿਆਰ ਦਾ ਪਰਛਾਵਾਂ ਲੰਬਾ ਹੋ ਕੇ ਉਸੇ ਕੰਧ 'ਤੇ ਪੈਂਦਾ। ਕਦੇ-ਕਦੇ ਪਿੱਛੋਂ ਕਿਸੇ ਵੱਡੇ ਅਹਿਲਕਾਰ ਦੀ ਆਵਾਜ਼ ਸੁਣਦੀ। ਅੱਖ ਲੱਗੀ ਤਾਂ ਮਾਤਾ ਤ੍ਰਿਪਤਾ ਦੀ ਆਵਾਜ਼ ਸੁਣੀ, ਜਾ ਨੀ ਦੌਲਤਾਂ, ਰਾਤ ਹੋ ਗਈ ਏ, ਨਾਨਕ ਨਹੀਂ ਆਇਆ। ਉਹਨੇ ਉੱਠ ਕੇ ਵੇਖਿਆ, ਇਹ ਤਾਂ ਬੀਬੀ ਨਾਨਕੀ ਦਾ ਘਰ ਸੀ। ਕੋਲ ਹੀ ਭਗੀਰਥ ਜਾਗਦਾ ਪਿਆ ਸੀ।
ਉਹ ਆਪਣੀ ਹੀ ਕੋਈ ਗੱਲ ਸ਼ੁਰੂ ਕਰ ਦਿੰਦਾ। ਬਿਲਕੁਲ ਇਹੋ ਜਿਹੀ ਗੱਲ ਜਿਸ ਦਾ ਸੱਚਮੁੱਚ ਉਸੇ ਸਮੇਂ ਨਾਲ ਸੰਬੰਧ ਹੁੰਦਾ। ਫਿਰ ਉਹ ਲੰਬਾ ਸਾਹ ਭਰ ਕੇ ਬੋਲਿਆ, ਅਸੀਂ ਬਾਬੇ ਦੀ ਯਾਦ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਮਰਦਾਨਿਆਂ। ਉੱਠ ਕੇ ਮਰਦਾਨਾ ਬਾਹਰ ਆਇਆ। ਅਸਮਾਨ ਵੱਲ ਨਜ਼ਰ ਝੁਕੀ। ਨੀਵੀਆਂ ਤੋਂ ਨੀਵੀਆਂ ਡੁਗਾਣਾਂ ਵੱਲ ਵੀ ਤਾਰੇ ਸਨ। ਇਹ ਅਸਮਾਨ ਦੀ ਮਰਜ਼ੀ ਸੀ ਕਿਸ ਨੂੰ ਕਿੱਥੇ ਜਗ੍ਹਾ ਦੇਣੀ ਹੈ। ਮੋਦੀਖਾਨੇ ਦੇ ਪਿਛਵਾੜਿਓਂ ਪਿੰਜੇ ਦੀ ਟੁਣਕਾਰ ਸੁਣ ਰਹੀ ਸੀ। ਇਹ ਪਿੰਜਿਆਂ ਦੀ ਤਾਰ ਦਾ ਵੀ ਬੜਾ ਰਿਆਜ਼ ਏ। ਇਹਦਾ ਗਲਾ ਨਹੀਂ ਬੈਠਦਾ। ਸ਼ਾਇਦ ਰਿਆਜ਼ ਨਾਲ ਇਹ ਕਿਰਤ ਵੀ ਕਰਦੀ ਹੈ। ਅੱਜ ਤੀਜਾ ਦਿਨ ਸੀ। ਅਸਮਾਨ ਵਿੱਚ ਫੈਲਿਆ ਮੈਲਾ ਪ੍ਰਵਾਹ ਛੇਤੀ ਹੀ ਹਰਕਤ ਵਿੱਚ ਆਉਣ ਵਾਲਾ ਸੀ। ਅਜੇ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਛਟਕ ਕੇ ਮੀਂਹ ਆਵੇਗਾ ਜਾਂ ਇਹ ਪੂਰੇ ਦਾ ਪੂਰਾ ਗੁਬਾਰ ਦਾ ਹੀ ਉਭਾਰ ਸੀ। ਪਰ ਛੇਤੀ ਹੀ ਹਨੇਰੀ ਆਉਣ ਵਾਲੀ ਸੀ। ਅਸਮਾਨੀ ਗੁਬਾਰ ਵਿੱਚ ਕਿਤੇ ਕਿਤੇ ਡੂੰਘੀ ਖੁੱਭੀ ਹੋਈ ਰੋਸ਼ਨੀ ਦਿਸਦੀ। ਸੁਲਤਾਨਪੁਰ ਸਿਖਰ ਦੁਪਹਿਰੇ ਅਨੋਖੇ ਮੂੰਹ ਹਨੇਰੇ ਦਾ ਸਾਹਮਣਾ ਕਰ ਰਿਹਾ ਸੀ। ਉੱਪਰ ਕੋਈ ਪੰਛੀ ਵੀ ਨਹੀਂ ਸੀ ਉੱਡ ਰਿਹਾ। ਉਹਨਾਂ ਕੋਲ ਸ਼ਾਇਦ ਹਨੇਰੀ ਦੇ ਸੰਦੇਸ਼ ਪਹਿਲਾਂ ਆ ਚੁੱਕੇ ਸਨ। ਸਿਰਫ ਮਰਦਾਨਾ ਫਕੀਰ ਅੱਲਾ ਦਿੱਤਾ ਦੀ ਕੁਟੀਆ ਪਾਰ ਕਰਕੇ ਵੇਈਂ ਨਦੀ ਦੇ ਕੰਢੇ ਇੱਕ ਖੇਤ ਵਿੱਚ ਖੜੇ ਡਰਨੇ ਦੇ ਪੈਰਾਂ ਵਿੱਚ ਚੁੱਗ ਰਹੇ ਪੰਛੀ ਵੱਲ ਵੇਖ ਰਿਹਾ ਸੀ। ਇਹ ਪੰਛੀ ਵੀ ਅਜੀਬ ਸੀ। ਨਾ ਡਰਨੇ ਤੋਂ ਡਰ ਰਿਹਾ ਸੀ, ਨਾ ਆਉਣ ਵਾਲੀ ਹਨੇਰੀ ਤੋਂ। ਉਸ ਡਰਨੇ ਦੇ ਪੈਰਾਂ ਥੱਲੇ ਚੁਗਦੇ ਪੰਛੀ ਕੋਲ ਵੀ ਕੋਈ ਗੁਰ ਸੀ। ਹਨੇਰੀ ਆਈ ਤਾਂ ਡਰਨੇ ਨੇ ਓਟ ਬਣ ਜਾਣਾ ਸੀ। ਦਰਖਤਾਂ ਉੱਪਰ ਬੈਠੇ ਪੰਛੀ ਹਵਾ ਨਾਲ ਹਿਲਦੇ ਡਰਨੇ ਤੋਂ ਹੋਰ ਦਹਿਲਦੇ ਤੇ ਇਸ ਅਜਨਬੀ ਪੰਛੀ ਨੂੰ ਨਸੀਹਤਾਂ ਦੇਣ ਬਾਰੇ ਸੋਚਦੇ। ਕਦੇ ਕਦੇ ਤੇਜ਼ ਬੁੱਲਿਆਂ ਨਾਲ ਹਵਾ ਵਿੱਚ ਓਪਰੀ ਜਿਹੀ ਆਵਾਜ਼ ਸੁਣਦੀ ਤਾਂ ਪੰਛੀ ਪਰਾਂ ਵਿੱਚ ਸਿਰ ਲੁਕੋ ਲੈਂਦੇ। ਹਵਾ ਆਪਣਾ ਅੰਦਰਲਾ ਖੜਾਕਾ ਕਿਤੇ ਪਿੱਛੋਂ ਲੈ ਕੇ ਆਈ ਸੀ ਜੋ ਹੌਲੀ ਹੌਲੀ ਹਵਾ ਨੇ ਆਪਣੇ ਵਿੱਚ ਹੀ ਸਮਾ ਲੈਣਾ ਸੀ। ਇਹ ਅਨੁਭਵ ਵੀ ਸ਼ਾਇਦ ਇਸ ਪੰਛੀ ਕੋਲ ਸੀ। ਠੀਕ ਅਜਿਹੇ ਵੇਲੇ ਆਖਰੀ ਵਾਰ ਸੰਤਰੇਣ ਦਿਸਿਆ। ਵੇਈਂ ਕੰਢੇ ਉਹ ਆਪਣੀ ਤੋਰ ਵਿੱਚ ਝੂਮਦਾ ਉਸ ਜਗ੍ਹਾ ਆ ਕੇ ਰੁਕਿਆ ਜਿੱਥੋਂ ਕਹਿੰਦੇ ਸਨ ਬਾਬਾ ਪਾਣੀ ਵਿੱਚ ਉਤਰਿਆ। ਅੱਖ ਦੇ ਝਮੱਕੇ ਵਿੱਚ ਉਹਦੀ ਨਜ਼ਰ ਮਰਦਾਨੇ ਨਾਲ ਮਿਲੀ। ਫੁੱਲਾਂ ਨੂੰ ਜੜ੍ਹਾਂ ਨਹੀਂ ਹੁੰਦੀਆਂ, ਉਹ ਤਾਂ ਜੜ੍ਹਾਂ ਦੇ ਸੁਨੇਹੇ ਹੁੰਦੇ ਨੇ। ਉਹ ਝੂਮ ਝੂਮ ਕਦਮ ਰੱਖਦਾ, ਵਗਦੇ ਪਾਣੀ ਵੱਲ ਵੇਖਦਾ, ਵਹਿਣ ਦੇ ਨਾਲ ਤੁਰਦਾ ਅਲੋਪ ਹੋ ਗਿਆ। ਮਰਦਾਨਾ ਰਬਾਬ ਸਮੇਤ ਉੱਥੇ ਹੀ ਖੜਾ ਰਿਹਾ। ਉਸ ਦਿਨ ਕਬਰਾਂ ਵਿੱਚ ਵੀ ਇਹਨੇ ਕਿਹਾ ਸੀ, ਵੈਰਾਗ ਪੀਰਾਂ ਦੇ ਖੰਭ ਹੁੰਦੇ ਨੇ। ਕਿਤੇ ਇਹਨੂੰ ਖੰਭ ਤਾਂ ਨਹੀਂ ਲੱਗ ਗਏ? ਆਪਣੇ ਆਪ ਨੂੰ ਛੋਹ ਕੇ ਵੇਖਿਆ। ਦੇਹ ਦੀ ਇੰਨੀ ਜਾਣਕਾਰੀ ਹੀ ਬਹੁਤ ਸੀ। ਸ਼ਾਮ ਦੇ ਪਰਛਾਵਿਆਂ ਨਾਲ ਵੀ ਮੀਂਹ ਉਤਰ ਪਿਆ ਸੀ। ਪਹਿਲੇ ਤੇਜ਼ ਬੁੱਲਿਆਂ ਨੇ ਕਣੀਆਂ ਨੂੰ ਆਪਣੀ ਮਰਜ਼ੀ ਨਾਲ ਧਰਤੀ ਉੱਤੇ ਨਾ ਡਿੱਗਣ ਦਿੱਤਾ। ਫਿਰ ਹਵਾ ਤੇ ਬੱਦਲ ਵਿੱਚ ਜਿਵੇਂ ਸੁਲਾਹ ਹੋ ਗਈ। ਪੂਰਾ ਅਸਮਾਨ ਇੱਕਸਾਰ ਤੁਰਦਾ ਦਿਸਿਆ। ਹਵਾ ਦੀ ਚਾਲ ਵੀ ਸਾਦੀ ਤੇ ਬੱਦਲ ਦਾ ਲਹਿਜਾ ਵੀ ਆਗਿਆਕਾਰੀ ਹੋ ਗਿਆ ਸੀ। ਫਿਰ ਬੱਦਲ ਵੀ ਰਾਹੀਆਂ ਵਾਂਗ ਆਪੋ ਆਪਣੇ ਰਾਹ ਤੁਰ ਗਏ। ਅਸਮਾਨ ਦਾ ਸੁੰਨਾ ਸੁਭਾਅ ਅਸਮਾਨੀ ਹੋ ਗਿਆ। ਅਜਿਹੇ ਵੇਲੇ ਬਾਬਾ ਸੁਲਤਾਨਪੁਰ ਮੁੜ ਨਜ਼ਰੀਂ ਪਿਆ। ਨਾਨਕੀ ਦੇ ਵਿਹੜੇ ਦੇ ਪੱਛਮ ਵੱਲ ਖੂਹ ਸਾਹਮਣੇ ਇੱਕ ਪੁਰਾਣਾ ਬਿਰਧ ਬਰੋਟਾ ਖੜਾ ਸੀ। ਬਰੋਟੇ ਉੱਪਰੋਂ ਝੁਕੀਆਂ ਜੜ੍ਹਾਂ ਮੁੜ ਧਰਤੀ ਨੂੰ ਜਿੱਥੇ ਸੀਸ ਨਿਵਾਉਂਦੀਆਂ। ਉਹਨਾਂ ਜੜ੍ਹਾਂ ਦਾ ਢਾਸਣਾ ਲਾ ਮਰਦਾਨਾ ਚੁੱਪਚਾਪ ਬੈਠਾ ਸੀ। 2 ਵਾਰ ਭਗੀਰਥ ਵੀ ਕੋਲੋਂ ਲੰਘਿਆ। ਅੱਜ ਸਵੇਰ ਤੋਂ ਉਹਦੇ ਕੋਲ ਕਹਿਣ ਲਈ ਇੱਕ ਹੀ ਵਾਕ ਸੀ। ਹਰ ਰੋਜ਼ ਦੀਵੇ ਦੀ ਬੱਤੀ ਚੁੱਕਣੀ ਪੈਂਦੀ ਏ। ਸਿਰ ਉੱਪਰ ਇੱਕ ਪੰਛੀ ਬੋਲਿਆ। ਸਾਹਮਣੇ ਵੇਖਿਆ ਤਾਂ ਸਾਈਂ ਆ ਰਿਹਾ ਸੀ। ਬਹੁਤ ਸਾਰੇ ਲੋਕ ਪੈਰਾਂ ਵੱਲ ਝੁਕਦੇ, ਪਰ ਉਹ ਅੱਧ ਵਿਚਕਾਰ ਹੀ ਰੋਕ ਦਿੰਦਾ। ਮਰਦਾਨੇ ਤੋਂ ਨਾ ਹੀ ਉੱਠ ਹੋ ਰਿਹਾ ਸੀ ਤੇ ਨਾ ਹੀ ਰਬਾਬ ਚੁੱਕ ਹੋ ਰਹੀ ਸੀ। ਜਿਵੇਂ ਮਾਂ ਦੀ ਗੋਦੀ ਵਿੱਚ ਬੱਚਾ ਰੋ ਕੇ ਵਾਪਸ ਪ੍ਰੇਮ ਵੱਲ ਮੁੜਦਾ ਹੈ, ਅਜਿਹਾ ਹੀ ਆਪਣੇ ਹੰਝੂਆਂ ਤੋਂ ਜਾਪਿਆ। ਬੀਬੀ ਨਾਨਕੀ ਦੇਹਲੀ ਉੱਤੇ ਪਹੁੰਚੀ। ਉਹਨੂੰ ਵੇਖ ਕੇ ਉੱਠਣ ਨੂੰ ਜੀ ਕੀਤਾ। ਵੀਰ ਆ ਗਿਆ ਏ ਮਰਦਾਨਿਆਂ। ਇਹ ਰਬਾਬ ਨਾਲੋਂ ਵੀ ਸੁਰੀਲੇ ਬੋਲ ਸਨ। ਛੇਤੀ ਹੀ ਬੀਬੀ ਦੇ ਘਰ ਰੌਣਕ ਲੱਗ ਗਈ ਸੀ। ਜੈ ਰਾਮ ਨੇ ਹਵਨ ਸ਼ੁਰੂ ਕਰਾਇਆ। ਹਵਨ ਤੋਂ ਬਾਅਦ ਕੱਚੀ ਲੱਸੀ ਦੀ ਧਾਰ ਪਿੰਡ 'ਚ ਫੇਰੇ ਫੇਰੀ ਗਈ। ਭਗੀਰਥ ਤੇ ਮਨਮੁਖ ਮਿੱਠੀਆਂ ਸਲੋਣੀਆਂ ਬੱਕਲੀਆਂ ਵੰਡ ਰਹੇ ਸਨ।
ਨਾਨਕੀ ਮੁੱਠੀਆਂ ਭਰ ਸ਼ੱਕਰ ਵੰਡਦੀ, ਕਦੇ ਕਦੇ ਸੁਲੱਖਣੀ ਨੂੰ ਥਾਲ ਫੜਾ ਵੰਡਣ ਲਈ ਕਹਿੰਦੀ, ਪਰ ਨਾਨਕ ਚੁੱਪ ਸੀ। 8 ਪਹਿਰ ਲੰਘ ਚੁੱਕੇ ਸਨ। ਮਰਦਾਨਾ ਚੁੱਪਚਾਪ ਰਬਾਬ ਲੈ ਕੇ ਕੋਲ ਬੈਠਾ ਰਿਹਾ। ਸੁਣ ਸੁਣ ਦੂਰ ਦੂਰ ਤੋਂ ਲੋਕੀ ਆ ਰਹੇ ਸਨ। ਹਜ਼ਾਰਾਂ ਮੰਨਤਾਂ ਲਈ ਸਵਾਲ ਜਵਾਬ ਕੀਤੇ ਗਏ, ਪਰ ਨਾ ਬੀਬੀ ਨਾਨਕੀ ਤੇ ਨਾ ਹੀ ਮਰਦਾਨੇ ਨੇ ਕੋਈ ਸਵਾਲ ਕੀਤਾ। ਅਜਿਹੇ ਵੇਲੇ ਉਹਦੇ ਮੁੱਖ ਵੱਲ ਸਿਰਫ ਵੇਖਿਆ ਹੀ ਜਾ ਸਕਦਾ ਸੀ। ਕੁਝ ਪੁੱਛਣ ਦੀ ਨਜ਼ਰ ਇਜਾਜ਼ਤ ਨਹੀਂ ਸੀ ਦਿੰਦੀ। ਪਲਾਂ ਨੇ ਆਪਣੀ ਛੋਟੀ ਤੋਂ ਛੋਟੀ ਇਕਾਈ ਵੀ ਨਜ਼ਰ ਨੂੰ ਸੌਂਪ ਦਿੱਤੀ ਸੀ। ਇਹ ਇੱਕ ਅਨੋਖੀ ਜਾਣ ਪਛਾਣ ਦੀ ਸ਼ੁਰੂਆਤ ਸੀ। ਬਾਬੇ ਨੇ ਆਪਣਾ ਪੁਰਾਣਾ ਪਹਿਰਾਵਾ ਉਤਾਰ ਭਗਵਾਂ ਪਾ ਲਿਆ ਸੀ। ਉਹ ਮੁੜ ਕੇ ਮੋਦੀਖਾਨੇ ਵੀ ਨਹੀਂ ਗਿਆ। 8 ਪਹਿਰੀ ਚੁੱਪ ਤੋਂ ਬਾਅਦ ਉਹਨੇ ਬਾਹਰ ਨਿਕਲ ਆਪਣੀ ਚੁੱਪ ਤੋੜੀ। ਨਾ ਕੋਈ ਹਿੰਦੂ ਨਾ ਮੁਸਲਮਾਨ। ਇੱਕ ਮੁਸਲਮਾਨੀ ਨਗਰ ਵਿੱਚ ਇਹ ਕਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਚੁਫੇਰੇ ਅਜੀਬ ਕਿਸਮ ਦੀਆਂ ਬਦਾਮੀ ਅੱਖਾਂ ਘੂਰ ਰਹੀਆਂ ਸਨ। ਭਗੀਰਥ ਤੇ ਮਨਮੁਖ ਵਾਰ-ਵਾਰ ਮਰਦਾਨੇ ਕੋਲ ਆ ਕੇ ਸੂਹਾਂ ਦਿੰਦੇ। ਲੋਧੀਆਂ ਦੀਆਂ ਅੱਖਾਂ ਵਿੱਚ ਤਾਂ ਪਹਿਲਾਂ ਹੀ ਇਹ ਸਵਾਲ ਸੁੱਜੇ ਪਏ ਸਨ। ਉਹਨਾਂ ਨੂੰ ਇਹ ਵੀ ਭੁਲੇਖਾ ਸੀ ਕਿ ਅਜਿਹੇ ਵੇਲੇ ਗੁੱਸੇ ਵਿੱਚ ਕਾਜ਼ੀ ਨੇਕ ਹੋ ਜਾਂਦੇ ਨੇ। ਉਹਨਾਂ ਦੀ ਪੁੱਛਣ ਦੀ ਵਿਧੀ ਬਹਿਸ ਵਰਗੀ ਸੁਣਦੀ। ਛੇਤੀ ਹੀ ਕੁਝ ਵਾਪਰਨ ਵਾਲਾ ਦਿਸ ਰਿਹਾ ਸੀ। ਅੱਜ ਵੱਡੇ ਲੋਧੀ ਨੇ ਬੁਲਾਵਾ ਵੀ ਭੇਜਿਆ ਸੀ। ਕਾਜ਼ੀ ਨੇ ਬਾਬੇ ਅੱਗੇ ਸਵਾਲਾਂ ਦੇ ਅੰਬਾਰ ਲਾ ਦਿੱਤੇ ਸਨ, ਪਰ ਬਾਬੇ ਦੇ ਨਿਮਰ ਉੱਤਰਾਂ ਅੱਗੇ ਉਹ ਆਪਣੇ ਆਪ ਨੂੰ ਗੁੱਸਾ ਚੜ੍ਹਾਉਣ ਵਿੱਚ ਸਫਲ ਨਾ ਹੋਇਆ। ਭਗੀਰਥ ਦੱਸਦਾ ਸੀ, ਉੱਥੇ ਬੜਾ ਅਜੀਬ ਕਿਸਮ ਦਾ ਮਾਹੌਲ ਹੋ ਗਿਆ ਸੀ। ਚੁਫੇਰਾ ਭੈ ਨਾਲ ਕੰਬ ਰਿਹਾ ਸੀ। ਸਿਰਫ ਬਾਬੇ ਦੀ ਨਿਮਰਤਾ ਗਰਜ ਰਹੀ ਸੀ। ਇਸ ਤੋਂ ਪਹਿਲਾਂ ਪੰਡਿਤ ਨੇ ਵੀ ਇਹੋ ਜਿਹੇ ਹੀ ਸਵਾਲ ਪੁੱਛੇ ਸਨ। ਹੁਣ ਉਹ ਚਿੱਟੇ ਬਸਤਰ ਪਾ ਰਾਮਤਲਾਈ ਦੇ ਕੰਢੇ ਪਾਣੀ ਵਿੱਚ ਆਪਣਾ ਚਿਹਰਾ ਵੇਖ ਰਿਹਾ ਸੀ। ਬਹੁਤੀਆਂ ਗੱਲਾਂ ਕਾਜ਼ੀ ਨੇ ਅਜਿਹੀਆਂ ਪੁੱਛੀਆਂ ਜਿਨ੍ਹਾਂ ਦੇ ਅਰਥਾਂ ਤੋਂ ਪਹਿਲਾਂ ਹੀ ਕਾਂਬਾ ਛਿੜਦਾ ਸੀ। ਬਾਬੇ ਨੇ ਜਾਣ ਵੇਲੇ ਵੀ ਗਾਇਆ ਸੀ ਤੇ ਵਾਪਸ ਆ ਕੇ ਵੀ ਗਾਇਆ ਸੀ। ਅੱਜ ਕੱਲ੍ਹ ਬਾਬਾ ਸੁਲਤਾਨਪੁਰ ਵਿੱਚ ਝੂਮਦਾ ਫਿਰ ਰਿਹਾ ਸੀ। ਦੁਪਹਿਰ ਤੋਂ ਬਾਅਦ ਭਗੀਰਥ ਤੇ ਮਨਮੁਖ ਮਰਦਾਨੇ ਕੋਲ ਫਿਰ ਆਏ। ਭਗੀਰਥ ਨੇ ਦੱਸਿਆ, ਬਾਬੇ ਵੱਲੋਂ ਉਹਨੂੰ ਵਾਪਸ ਪਿੰਡ ਜਾਣ ਦਾ ਹੁਕਮ ਹੋਇਆ ਏ। ਉਹ ਰੋਂਦਾ ਰੋਂਦਾ ਹੱਸ ਪੈਂਦਾ, ਫਿਰ ਚੁੱਪ ਕਰ ਜਾਂਦਾ। ਭਗੀਰਥ ਨੇ ਦੱਸਿਆ, ਬੀਬੀ ਸੁਲੱਖਣੀ ਬਹੁਤ ਉਦਾਸ ਹੈ। ਬਾਬੇ ਦੇ ਫਕੀਰੀ ਵਾਲੇ ਲਿਬਾਸ ਤੋਂ ਉਹਨੂੰ ਲੰਬੇ ਵਿਛੋੜੇ ਦੀ ਸੂਹ ਪੈ ਗਈ ਏ। ਅਜਿਹੇ ਵੇਲੇ ਮਰਦਾਨੇ ਨੂੰ ਉਹ ਬੰਦਾ ਯਾਦ ਆਇਆ ਜਿਸ ਬਾਰੇ ਕਹਿੰਦੇ ਸੀ ਬਾਬੇ ਨੂੰ ਵੇਈਂ ਤੋਂ ਬਾਹਰ ਆਉਂਦਾ ਉਹਦੀ ਨਜ਼ਰ ਨੇ ਵੇਖਿਆ ਸੀ। ਉਸ ਗਲੀ ਵਿੱਚੋਂ ਮਰਦਾਨਾ ਕਈ ਵਾਰ ਲੰਘਿਆ ਸੀ। ਉੱਥੇ ਪਹੁੰਚਿਆ ਤਾਂ ਪਿੱਛੋਂ ਆਵਾਜ਼ ਸੁਣੀ, ਅੱਜ ਸਾਜ ਨਹੀਂ ਲੈ ਕੇ ਆਇਆ? ਮੁੜ ਕੇ ਵੇਖਿਆ ਇੱਕ ਛੋਟਾ ਬੱਚਾ ਉਹਦੇ ਵੱਲ ਤੁਰਿਆ ਆ ਰਿਹਾ ਸੀ। ਉਹਦਾ ਘਰ ਕਿੱਥੇ ਏ? ਭਾਈ ਕਿਸ ਨੂੰ ਮਿਲਣਾ? ਇਸ ਪਹਿਲੀ ਜਾਣ ਪਛਾਣ ਵਿੱਚ ਹੀ ਲੰਬੀ ਪਛਾਣ ਛੁਪੀ ਹੋਈ ਜਾਪੀ। ਦੁਬਾਰਾ ਉਸ ਬਜ਼ੁਰਗ ਦੇ ਘਰ ਵੱਲ ਜਾਂਦਾ ਉਹ ਸੋਚ ਰਿਹਾ ਸੀ, ਇਸ ਧਰਤੀ ਤੇ ਕਿੰਨੇ ਲੋਕ ਹਾਲੇ ਬਾਕੀ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਪਰ ਮਿਲਿਆ ਨਹੀਂ ਹਾਂ। ਉਸ ਰਾਤ ਬਰੋਟੇ ਥੱਲੇ ਬਿਲਕੁਲ ਬੀਬੀ ਨਾਨਕੀ ਦੇ ਘਰ ਸਾਹਮਣੇ ਕੀਰਤਨ ਹੋਇਆ। ਦੂਰੋਂ ਦੂਰੋਂ ਲੋਕ ਸਤਸੰਗ ਸੁਣਨ ਆਏ। ਉਸ ਰਾਤ ਪਿੰਜੇ ਦੀ ਟੁਣਕਾਰ ਵੀ ਨਹੀਂ ਸੁਣੀ। ਸ਼ਾਇਦ ਉਹ ਵੀ ਸੰਗਤ ਵਿੱਚ ਬੈਠਾ ਸੀ। ਭਗੀਰਥ ਦੀ ਅੱਜ ਸੁਲਤਾਨਪੁਰ ਵਿੱਚ ਆਖਰੀ ਰਾਤ ਸੀ। ਰਬਾਬ ਤੇ ਸੁਰੀਲੇ ਬੋਲਾਂ ਨੇ ਅੱਜ ਸੁਲਤਾਨਪੁਰ ਨੂੰ ਥਿਰਕਣ ਲਾ ਦਿੱਤਾ ਸੀ। ਬਾਬੇ ਦੇ ਸੁਰੀਲੇ ਬੋਲ ਦੂਰ ਤੱਕ ਸੁਣ ਰਹੇ ਸਨ। ਕਦੇ ਕਦੇ ਸੁਲੱਖਣੀ ਕੰਧ ਉੱਪਰੋਂ ਆਪਣੇ ਪਤੀ ਨੂੰ ਵੇਖਣ ਲਈ ਝਾਤ ਮਾਰ ਲੈਂਦੀ। ਬਾਬਾ ਹਰ ਵਾਰੀ ਉਹਦੀ ਨਜ਼ਰ ਨੂੰ ਪਤੀ ਵਾਂਗ ਵੇਖਣ ਦੀ ਖੁੱਲ੍ਹ ਦਿੰਦਾ, ਪਰ ਕੰਧ ਉਹਲੇ ਨਾਨਕੀ ਦੇ ਗਲੇ ਲੱਗ ਰੋਂਦੀ। ਉਹ ਕਾਫੀ ਦੇਰ ਤੱਕ ਝਾਤ ਮਾਰਨ ਲਈ ਗਰਦਨ ਉੱਪਰ ਨਾ ਚੁੱਕਦੀ।